ਖਬਰ ਪੜਤਾਲ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਸੁਖਬੀਰ ਕੇ ਰਾਵੀ। ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਕਿਸਾਨਾਂ ਨੂੰ ਦਿੱਲੀ 'ਚ ਧਰਨੇ ਤੇ ਬੈਠੇ ਹੋਏ ਲਗਭਗ 6 ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ, ਲੇਕਿਨ ਹੱਲ ਹਜੇ ਵੀ ਨਹੀਂ ਕੱਢਿਆ ਜਾ ਰਿਹਾ। ਹੁਣ ਕਿਸਾਨਾਂ ਨੇ ਗੱਲ ਕਹੀ ਹੈ ਕਾਲਾ ਦਿਹਾੜਾ ਮਨਾਉਣ ਦੀ, ਜਿਹੜਾ ਕਿ ਕੱਲ ਮਨਾਇਆ ਜਾਏਗਾ। ਇਸੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸੀਨੀਅਰ ਜਰਨਲਿਸਟ ਸੁਰਿੰਦਰ ਡੱਲਾ ਜੀ। ਡੱਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਬੀਰ ਜੀ, ਬਹੁਤ ਧੰਨਵਾਦ। ਤੇ ਡੱਲਾ ਜੀ, ਕਿਸਾਨਾਂ ਔਰ ਸਰਕਾਰ ਦੇ ਵਿਚਾਲੇ ਗੱਲਬਾਤ ਜਿਹੜੀ ਹੈ ਉਹਦੇ ਤੇ ਵਿਰਾਮ ਲੱਗਿਆ ਹੋਇਆ। ਹਾਲ ਫਿਲਹਾਲ ਕੋਈ ਗੱਲਬਾਤ ਨਹੀਂ ਹੋ ਰਹੀ ਔਰ ਕਿਸਾਨ ਜਥੇਬੰਦੀਆਂ ਵੱਲੋਂ ਹਰ ਰੋਜ਼ ਕਿਤੇ ਨਾ ਕਿਤੇ ਇਕੱਠ ਕਰਕੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਕੱਲ ਕਿਸਾਨਾਂ ਨੇ ਕਾਲਾ ਦਿਹਾੜਾ ਮਨਾਉਣ ਦੀ ਗੱਲ ਕਹੀ ਹੈ, ਕਾਲੇ ਝੰਡੇ ਲਾ ਕੇ, ਜਿਸ ਦੀ ਸ਼ੁਰੂਆਤ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਕਰ ਚੁੱਕੇ ਨੇ। ਤੇ ਹੁਣ ਤੁਸੀਂ ਇਸ ਸਾਰੇ ਅੰਦੋਲਨ ਨੂੰ ਅੱਗੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਕਿਸਾਨ ਅੰਦੋਲਨ ਹੈ 26 ਜਨਵਰੀ ਤੋਂ ਬਾਅਦ ਉਹਨੂੰ ਢਾਹ ਲੱਗੀ ਸੀ ਔਰ ਭਾਵੇਂ ਕਿਸਾਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਦਾ ਉਸ ਰੂਪ ਦੇ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਨਹੀਂ ਮਿਲਿਆ ਜਿਵੇਂ ਮਿਲਣਾ ਚਾਹੀਦਾ ਸੀ। ਠੀਕ ਹੈ, ਪੋਲੀਟੀਕਲ ਪਾਰਟੀਆਂ ਨੇ ਸਿਆਸਤ ਬਹੁਤ ਕੀਤੀ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਫਿਰ ਵੀ ਪੋਲੀਟੀਕਲ ਪਾਰਟੀਆਂ ਨੇ, ਸੂਬਿਆਂ ਦੀਆਂ ਪੋਲੀਟੀਕਲ ਪਾਰਟੀਆਂ ਨੇ ਕਿਸਾਨਾਂ ਦੀ ਉਸ ਤਰੀਕੇ ਨਾਲ ਮਦਦ ਨਹੀਂ ਕੀਤੀ ਜਿਵੇਂ ਹੋਣੀ ਚਾਹੀਦੀ ਸੀ। ਸੋ ਸੂਬੇ ਕੇਂਦਰ 'ਤੇ ਦਬਾਅ ਨਹੀਂ ਬਣਾ ਸਕੇ ਔਰ ਕੇਂਦਰ ਦੀ ਸਰਕਾਰ ਨੇ, ਆਪਾਂ ਦੇਖ ਲਓ, ਲਗਭਗ 6 ਮਹੀਨੇ ਤਾਂ ਕੱਲ੍ਹ ਪੂਰੇ ਹੋ ਜਾਣੇ ਨੇ 26 ਤਰੀਕ ਨੂੰ ਦਿੱਲੀ 'ਚ ਕਿਸਾਨਾਂ ਨੂੰ ਗਿਆ ਨੂੰ। ਸੋ 6 ਮਹੀਨੇ ਦਿੱਲੀ 'ਚ ਹੋ ਜਾਣ ਕਿਸਾਨਾਂ ਨੂੰ ਗਏ ਨੂੰ। ਔਰ ਹਰਿਆਣੇ ਦੀ ਸਰਕਾਰ ਕਹਿੰਦੇ ਕਿ ਕਿਸਾਨਾਂ ਕਰਕੇ ਹਰਿਆਣੇ 'ਚ ਜ਼ਿਆਦਾ ਕੋਵਿਡ ਫੈਲਿਆ। ਆਹ ਰਿਪੋਰਟਾਂ ਅੱਜ ਟੈਲੀਵਿਜ਼ਨ 'ਤੇ ਸਾਰਾ ਦਿਨ ਚੱਲਦੀਆਂ ਰਹੀਆਂ। ਕਈ ਬੀਜੇਪੀ ਦੇ ਲੀਡਰ ਬਿਆਨ ਦੇ ਰਹੇ ਸੀ ਵੀ ਕਿਸਾਨ ਅੰਦੋਲਨ ਕਰਕੇ ਹਰਿਆਣੇ 'ਚ ਕੋਵਿਡ ਜ਼ਿਆਦਾ ਫੈਲ ਗਿਆ। ਫਿਰ ਇਹ ਵੀ ਦੱਸ ਦੇਣ ਜਿਹੜੇ ਇਹ ਹਰਿਆਣੇ 'ਚ ਸਰਵੇਖਣ ਕਰਦੇ ਨੇ ਕਿ ਪੱਛਮੀ ਬੰਗਾਲ 'ਚ ਇੰਨਾ ਜ਼ਿਆਦਾ ਕੋਵਿਡ ਕਿਵੇਂ ਫੈਲ ਗਿਆ। ਉੱਥੇ ਤਾਂ ਤੁਹਾਡੀਆਂ ਰੈਲੀਆਂ ਹੋਈਆਂ ਬੀਜੇਪੀ ਵਾਲਿਆਂ ਦੀਆਂ। ਫਿਰ ਇਹ ਦੱਸ ਦੇਣ ਵੀ ਕੇਰਲ 'ਚ, ਕਰਨਾਟਕਾ 'ਚ ਕਿੱਦਾਂ ਫੈਲ ਗਿਆ ਕੋਵਿਡ ਇੰਨਾ ਜ਼ਿਆਦਾ, ਉੱਥੇ ਤਾਂ ਕਿਸਾਨ ਗਏ ਨਹੀਂ ਧਰਨਾ ਮਾਰਨ। ਫਿਰ ਬਿਹਾਰ 'ਚ ਦੱਸ ਦੇਣ ਕਿ ਬਿਹਾਰ 'ਚ ਇੰਨੀਆਂ ਜ਼ਿਆਦਾ ਮੌਤਾਂ ਕਿਉਂ ਹੋਈਆਂ, ਲਾਸ਼ਾਂ ਗੰਗਾ 'ਚ ਗਈਆਂ ਨੇ ਯੂਪੀ 'ਚ ਔਰ ਬਿਹਾਰ 'ਚ, ਇਹ ਵੀ ਉੱਥੋਂ ਦੀਆਂ ਸਰਕਾਰਾਂ ਵਾਲੇ ਦੱਸ ਦੇਣ। ਇਹ ਸਾਰੀ ਜਗ੍ਹਾ ਲਗਭਗ ਸਰਕਾਰਾਂ ਨੇ ਜਿਹੜੀਆਂ ਉਹ ਹੁਣ ਮੈਨੂੰ ਲੱਗਦਾ ਕਿ ਗੱਲ ਕਿਸਾਨਾਂ 'ਤੇ ਸੁੱਟਣ ਵਾਲੇ ਪਾਸੇ ਆ ਗਈਆਂ। ਔਰ ਦਿੱਲੀ ਦੇ ਵਿੱਚ ਵੀ ਦੇਖੋ, ਦਿੱਲੀ 'ਚ ਇੰਨੇ ਜ਼ਿਆਦਾ ਕੇਸ ਵਧੇ ਤੇ ਫਿਰ ਕਿਸਾਨ ਉੱਥੇ ਬਿਮਾਰ ਹਸਪਤਾਲਾਂ 'ਚ ਕਿਉਂ ਨਹੀਂ ਸਾਨੂੰ ਦਿਖੇ? ਅਗਰ ਦਿੱਲੀ 'ਚ, ਅਗਰ ਹਰਿਆਣੇ 'ਚ ਵੀ, ਹਰਿਆਣੇ ਵਾਲੇ ਕਹਿੰਦੇ ਵੀ ਕਿਸਾਨਾਂ ਕਰਕੇ ਕੋਵਿਡ ਫੈਲ ਗਿਆ, ਤੇ ਕੋਵਿਡ ਤਾਂ ਫੈਲੂਗਾ ਨਾ ਜੇ ਮੋਰਚੇ ਵਾਲੇ ਕਿਸਾਨ ਬਿਮਾਰ ਹੋਣਗੇ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਮੋਰਚੇ ਵਾਲੇ ਕਿਸਾਨਾਂ ਨੂੰ ਪੋਜ਼ਿਟਿਵ ਨਹੀਂ ਹੋਏ ਪਰ ਦੂਜੇ ਲੋਕ ਪੋਜ਼ਿਟਿਵ ਹੋਈ ਗਏ। ਇਹ ਮੈਨੂੰ ਲੱਗਦਾ ਕੋਈ ਜਾਦੂ ਵਾਲੀ ਰਿਪੋਰਟ ਕੱਢ ਕੇ ਲਿਆਏ ਨੇ ਹਰਿਆਣੇ ਵਾਲੇ। ਸੋ ਇਹੋ ਜਿਹੀਆਂ ਜਿਹੜੀਆਂ ਸਿਆਸੀ ਚਾਲਾਂ ਨੇ, ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ। ਕੋਵਿਡ ਪੂਰੀ ਦੁਨੀਆ 'ਚ ਫੈਲਿਆ ਹੋਇਆ, ਪੂਰੀ ਦੁਨੀਆ 'ਚ ਤਾਂ ਕਿਸਾਨ ਅੰਦੋਲਨ ਹੈ ਨਹੀਂ। ਸੋ ਜ਼ਿੰਮੇਵਾਰੀ ਆਪਣੇ ਤੋਂ ਸੁੱਟ ਕੇ ਦੂਸਰਿਆਂ 'ਤੇ ਸੁੱਟ ਦੇਣੀ, ਇਹ ਬਹੁਤ ਆਸਾਨ ਗੱਲ ਹੈ। ਸੋ ਕਈ ਵਾਰੀ ਵਿਦਿਆਰਥੀ ਫੇਲ ਹੁੰਦਾ ਤੇ ਜ਼ਿੰਮੇਵਾਰੀ ਪਰਿਵਾਰ ਵਾਲੇ ਅਧਿਆਪਕ 'ਤੇ ਲਾ ਦਿੰਦੇ ਵੀ ਅਧਿਆਪਕ ਨਹੀਂ ਸੀ ਚੰਗਾ ਜੀ, ਅਧਿਆਪਕ ਨੇ ਨਹੀਂ ਪੜ੍ਹਾਇਆ। ਸੋ ਇਹ ਉਹ ਪੁਰਾਣੀਆਂ ਗੱਲਾਂ ਸੀ। ਅੱਜ ਕੱਲ੍ਹ ਲੋਕ ਸਾਰੀਆਂ ਚੀਜ਼ਾਂ ਨੂੰ ਸਮਝਦੇ ਨੇ। ਸੋ ਕਿਸਾਨਾਂ ਨੇ ਬਹੁਤ ਸਖਤ ਇਹਦਾ ਜਿਹੜਾ ਹੈਗਾ ਸਟੈਂਡ ਲਿਆ। ਹਰਿਆਣੇ ਦੀ ਸਰਕਾਰ ਵੱਲੋਂ, ਉਹਨਾਂ ਦੇ ਮੰਤਰੀਆਂ ਵੱਲੋਂ ਜਿਹੜੀ ਇਹ ਗੱਲ ਕੀਤੀ ਜਾਂਦੀ ਹੈ ਕਿ ਕੋਵਿਡ ਕਿਸਾਨ ਅੰਦੋਲਨ ਕਰਕੇ ਫੈਲਿਆ। ਔਰ ਦੂਜੀ ਗੱਲ ਕਿ ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ, ਜਿਵੇਂ ਤੁਸੀਂ ਸਵਾਲ ਕੀਤਾ, ਨਵਜੋਤ ਸਿੰਘ ਸਿੱਧੂ ਨੇ 25 ਤਰੀਕ ਨੂੰ ਅੱਜ ਦੀ ਸਵੇਰ ਹੀ ਆਪਣੇ ਘਰ 'ਤੇ, ਪਟਿਆਲੇ ਵਾਲੇ 'ਤੇ, ਨਵਜੋਤ ਸਿੰਘ ਸਿੱਧੂ, ਉਹਨਾਂ ਦੀ ਧਰਮ ਪਤਨੀ, ਇਹਨਾਂ ਦੋਨਾਂ ਨੇ ਕਾਲਾ ਝੰਡਾ ਲਹਿਰਾਤਾ। ਔਰ ਉਹਨਾਂ ਦੀ ਧੀ ਹੈ ਰਾਬੀਆ ਸਿੱਧੂ, ਉਹਨਾਂ ਨੇ ਅੰਮ੍ਰਿਤਸਰ 'ਚ ਕਾਲਾ ਝੰਡਾ ਲਹਿਰਾਤਾ। ਸੋ ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੇ ਅੱਜ ਨਵੇਂ ਸਿਰੇ ਤੋਂ ਇਸ ਕਾਲੇ ਦਿਹਾੜੇ ਦੀ ਅਗਵਾਈ ਕਰਤੀ। ਸਾਰੇ ਲੀਡਰ ਗੱਲਾਂ ਕਰਦੇ ਰਹੇ, ਟਵੀਟ ਕਰਦੇ ਰਹੇ, ਬਿਆਨ ਕਰਦੇ ਰਹੇ। ਇਕੱਲੇ ਸਿੱਧੂ ਨੂੰ ਕਹਿੰਦੇ ਨਾ ਵੀ ਇਹ ਟਵੀਟ ਬਹੁਤ ਕਰਦਾ, ਉਹ ਐਕਸ਼ਨ ਵੀ ਕਰ ਦਿੰਦਾ ਸਿੱਧੂ। ਸੋ ਉਹ ਮੌਕੇ 'ਤੇ ਚੌਕਾ ਮਾਰ ਦਿੰਦਾ, ਖਿਡਾਰੀ ਹੈ। ਔਰ ਇਹੋ ਜਿਹੇ ਜਿਹੜੇ ਅੰਦੋਲਨ ਨੇ ਜਾਂ ਇਹੋ ਜਿਹੇ ਜਿਹੜੇ ਪ੍ਰੋਟੈਸਟ ਨੇ, ਇਹਨਾਂ ਨੂੰ ਤਾਕਤ ਦੇਣ ਲਈ ਚੌਕੇ ਛੱਕੇ ਕਦੀ ਕਦੀ ਸਹਾਈ ਸਾਬਤ ਹੁੰਦੇ ਨੇ। ਹੁਣ ਮੈਨੂੰ ਇਹ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਕਾਲਾ ਝੰਡਾ ਲਹਿਰਾਤਾ ਘਰ ਦੀ ਛੱਤ 'ਤੇ ਚੜ੍ਹ ਕੇ, ਇੰਨੀ ਜ਼ਿਆਦਾ ਦੂਰ ਤੱਕ ਉਹਦੀਆਂ ਵੀਡੀਓਜ਼ ਚਲੀਆਂ ਗਈਆਂ ਨਵਜੋਤ ਸਿੰਘ ਸਿੱਧੂ ਦੀਆਂ। ਦੁਨੀਆ ਦੇ ਪੂਰੇ ਸੋਸ਼ਲ ਖਾਤਿਆਂ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਨੇ, ਉਹਨਾਂ ਦੀ ਬੇਟੀ ਦੀਆਂ ਤਸਵੀਰਾਂ ਨੇ। ਹਰ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਾਂ ਟੈਲੀਵਿਜ਼ਨ ਚੈਨਲ ਹੈ, ਉਹ ਇਸ ਚੀਜ਼ ਨੂੰ ਦਿਖਾ ਰਿਹਾ ਕਿ ਸਿੱਧੂ ਨੇ 25 ਤਰੀਕ ਨੂੰ ਹੀ ਆਪਣੇ ਘਰ 'ਤੇ, ਔਰ ਸਿੱਧੂ ਨੇ ਇੱਕ ਗੱਲ ਕਹੀ ਹੈ ਵੀ ਇਹ ਇੱਕ ਦਿਨ ਨਹੀਂ ਮੈਂ ਲਹਿਰਾਉਣਾ, ਇਹ ਜਦ ਤੱਕ ਮਸਲਾ ਨਹੀਂ ਨਿਬੜਦਾ ਇਹ ਸੰਕੇਤਕ ਰੋਸ ਰਹਿਣਾ ਹੀ ਰਹਿਣਾ। ਇਕੱਲੀ ਕੇਂਦਰ ਦੀ ਸਰਕਾਰ ਦੇ ਖਿਲਾਫ ਨਹੀਂ, 3 ਕਾਲੇ ਕਾਨੂੰਨਾਂ ਕਰਕੇ, ਸੂਬਿਆਂ ਦੀ ਸਰਕਾਰਾਂ ਦੇ ਖਿਲਾਫ ਵੀ। ਕਿਉਂ? ਕਿਉਂਕਿ ਸੂਬਿਆਂ ਦੀ ਸਰਕਾਰ ਦੀ ਵੀ ਆਪਣੀ ਜ਼ਿੰਮੇਵਾਰੀ ਹੈ। ਅਗਰ ਕੇਂਦਰ 3 ਖੇਤੀ ਕਾਨੂੰਨ ਹੈ ਉਹ ਰੱਦ ਨਹੀਂ ਕਰ ਰਿਹਾ, ਤੇ ਸੂਬੇ ਆਪਣੇ ਵੱਲੋਂ ਕਿਹੜੇ ਕਾਨੂੰਨ ਬਣਾ ਰਹੇ ਨੇ, ਉਹਨਾਂ ਦੇ ਉਤਪਾਦਨ ਨੂੰ ਸਾਂਭਣ ਦੀ ਗੱਲ ਹੈ ਜਾਂ ਮਾਰਕੀਟਿੰਗ ਦੀ ਗੱਲ ਹੈ, ਉਹਨਾਂ ਦੀ ਆਪਣਾ ਯੋਗਦਾਨ ਕੀ ਹੈ, ਇਸ ਪਾਸੇ ਵੀ ਸੂਬੇ ਫੇਲ ਹੋਏ ਨੇ। ਸੋ ਸਿੱਧੂ ਕਹਿੰਦਾ ਇਹ ਜਦ ਤੱਕ ਮਸਲੇ ਨਿਬੜਦੇ ਨਹੀਂ, ਹੁਣ ਇਹ ਕਾਲੇ ਝੰਡੇ ਇਸੇ ਤਰ੍ਹਾਂ ਲਹਿਰਾਉਣਗੇ। ਔਰ ਮੈਨੂੰ ਇਹ ਲੱਗਦਾ ਕਿ ਕਿਸਾਨ ਅੰਦੋਲਨ ਨੂੰ ਕਾਫੀ ਜ਼ਿਆਦਾ ਤਾਕਤ ਮਿਲੀ ਹੈ। ਨਵਜੋਤ ਸਿੰਘ ਸਿੱਧੂ ਦੀ ਧੀ, ਉਹ ਵੀ ਇੱਕ
ਪ੍ਰੇਰਨਾ ਦੇ ਰੂਪ ਦੇ ਵਿੱਚ ਨੌਜਵਾਨ ਕੁੜੀਆਂ 'ਚ, ਸਾਡੇ ਪਿੰਡਾਂ ਦੀਆਂ ਕੁੜੀਆਂ, ਸ਼ਹਿਰਾਂ ਦੀਆਂ ਕੁੜੀਆਂ ਜਾਂ ਸਾਡੀਆਂ ਬੀਬੀਆਂ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਚਰਚਾ ਹੋ ਰਹੀ ਹੈ। ਔਰ ਸਿਆਸੀ ਤੌਰ ਤੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੁੰਦੀ ਹੈ ਨਾ ਜੀ, ਪੋਲੀਟੀਕਲ ਲੀਡਰਸ਼ਿਪ ਸੇਧ ਦੇਣ ਲਈ ਹੁੰਦੀ ਹੈ। ਸੋ ਰੋਸ ਵਿਖਾਵਾ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਘਰ ਤੇ ਕਾਲਾ ਝੰਡਾ ਲਾ ਕੇ ਕਰਨਾ, ਮੈਨੂੰ ਲੱਗਦਾ ਇਹ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣਾ। ਡੈਮੋਕ੍ਰੇਸੀ ਦੇ ਵਿੱਚ ਬਹੁਤ ਵਾਰੀ ਅਸੀਂ ਆਮ ਦੇਖਦੇ ਹਾਂ, ਵਕੀਲ ਕਈ ਵਾਰੀ ਪ੍ਰੋਟੈਸਟ ਕਰਦੇ ਨੇ, ਉਹ ਕਾਲੀਆਂ ਪੱਟੀਆਂ ਲਾ ਲੈਂਦੇ ਨੇ ਮੋਢਿਆਂ ਤੇ। ਕਈ ਵਾਰੀ ਅਧਿਆਪਕ ਅਸੀਂ ਦੇਖਦੇ ਹਾਂ, ਉਹ ਕਾਲੀਆਂ ਪੱਟੀਆਂ ਲਾ ਲੈਂਦੇ ਨੇ। ਆ ਪੋਲੀਟੀਕਲ ਪਾਰਟੀਆਂ ਵਾਲਿਆਂ ਨੇ ਵੀ ਕਈ ਵਾਰੀ ਕਾਲੀਆਂ ਪੱਟੀਆਂ ਲਾ ਕੇ ਪ੍ਰੋਟੈਸਟ ਕੀਤੇ ਹੋਣਗੇ। ਸੋ ਇਹ ਮੈਨੂੰ ਲੱਗਦਾ ਹੈ ਕਿ ਡੈਮੋਕ੍ਰੈਟਿਕ ਰਾਈਟ ਹੈ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਰੋਸ ਨੂੰ ਪ੍ਰਗਟ ਕਰਨ ਦਾ। ਔਰ 3 ਖੇਤੀ ਕਾਨੂੰਨਾਂ ਤੇ ਜਿਹੜਾ ਅੰਦੋਲਨ ਕਿਤੇ ਥੋੜ੍ਹਾ ਜਿਹਾ ਠੰਡਾ ਲੱਗ ਰਿਹਾ ਸੀ 26 ਜਨਵਰੀ ਤੋਂ ਬਾਅਦ, ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੇ ਕਾਲਾ ਝੰਡਾ ਆਪਣੇ ਘਰ ਦੀ ਛੱਤ ਤੇ ਲਹਿਰਾ ਕੇ ਇਸ ਅੰਦੋਲਨ ਵੱਲ ਫੇਰ ਸਾਰਿਆਂ ਦਾ ਧਿਆਨ ਆਕਰਸ਼ਿਤ ਕਰਾਇਆ। ਔਰ 26 ਮਈ ਜਿਹੜਾ ਦਿਨ ਹੈ, ਮੈਨੂੰ ਲੱਗਦਾ ਹੈ ਕਿ ਭਾਰਤ 60-70% ਸੁਖਬੀਰ ਜੀ ਖੇਤੀ ਪ੍ਰਧਾਨ ਦੇਸ਼ ਹੈ ਅਸੀਂ ਕਹਿੰਦੇ ਹਾਂ। ਅਗਰ 60-70% ਸਾਡੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ, ਔਰ ਅਗਰ ਉਹਦੇ 25% ਨੇ ਵੀ ਆਪਣੇ ਘਰਾਂ 'ਤੇ ਕਾਲੀਆਂ ਝੰਡੀਆਂ ਲਾਤੀਆਂ, ਤੇ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਸੁਨੇਹਾ ਸਰਕਾਰ ਕੋਲੇ ਜਾਊਗਾ ਕਿ ਕਿਸਾਨਾਂ 'ਚ ਰੋਸ ਹੈ। ਉਂਝ ਬੀਜੇਪੀ ਨੂੰ ਸਮਝ ਲੈਣਾ ਚਾਹੀਦਾ, ਮਹਾਰਾਸ਼ਟਰ 'ਚ ਉਹਨਾਂ ਦੀ ਹਾਰ ਹੋਈ ਹੈ, ਦੂਜੇ ਸੂਬਿਆਂ 'ਚ ਵੀ ਕੋਈ ਬੀਜੇਪੀ ਦੀ ਕੋਈ ਬਹੁਤ ਰਿਮਾਰਕੇਬਲ ਜਿੱਤ ਨਹੀਂ ਹੋਈ। ਸੋ ਸਰਕਾਰਾਂ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ, ਸਰਕਾਰਾਂ ਨੂੰ ਬਹੁਤ ਧਿਆਨ ਦੇ ਨਾਲ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਔਰ ਹਰਿਆਣੇ ਵਾਲੀ ਮੈਂ ਗੱਲ ਫੇਰ ਕਰੂੰ, ਜੇ 1% ਮੰਨ ਵੀ ਲਿਆ ਜਾਵੇ, ਹਰਿਆਣੇ ਦੇ ਮੰਤਰੀ ਜਾਂ ਕਈ ਲੀਡਰ ਜਿਹੜੇ ਕਹਿ ਰਹੇ ਨੇ ਕਿ ਕਿਸਾਨਾਂ ਕਰਕੇ, ਇਕੱਲੇ ਹਰਿਆਣੇ ਨਹੀਂ ਬੀਜੇਪੀ ਦੇ, ਕਿ ਇਕੱਲੇ ਕਿਸਾਨਾਂ ਕਰਕੇ ਅਗਰ ਕੋਵਿਡ ਫੈਲਿਆ ਤਾਂ ਵੀ ਸਰਕਾਰ ਇਹਦੇ ਵਿੱਚ ਫੇਲ ਹੋਈ ਹੈ। ਤੇ ਸਰਕਾਰ ਨੂੰ ਚਾਹੀਦਾ ਸੀ ਕਿ ਜਿਹੜਾ ਕਿਸਾਨ ਧਰਨਾ ਹੈ ਉਹਨੂੰ ਖਤਮ ਕਰਾਉਣ ਦੀ ਵਕਤ ਰਹਿੰਦੇ ਕੋਈ ਨਾ ਕੋਈ ਸਮਝੌਤੇ ਤੇ ਕਿਸਾਨਾਂ ਨੂੰ ਲੈ ਕੇ ਜਾਂਦੇ। ਅਗਰ ਉਹਦੇ ਕਰਕੇ ਵੀ ਹੋਇਆ ਤਾਂ ਵੀ ਸਰਕਾਰ ਦੀ ਨਾਕਾਮਯਾਬੀ ਹੈ ਕਿ ਸਰਕਾਰ ਨੂੰ ਪਤਾ ਸੀ ਕਿ ਇੰਨਾ ਜ਼ਿਆਦਾ ਇਕੱਠ ਹੋ ਰਿਹਾ, ਤੇ ਇਹਦਾ ਮਤਲਬ ਹੈ ਸਰਕਾਰ ਨੇ ਸਾਰਾ ਜ਼ੋਰ ਪੱਥਰ ਲਾਉਣ 'ਤੇ ਹੀ ਲਾਤਾ ਵੀ ਸੜਕਾਂ ਪੱਟ ਦਿਓ, ਕਿੱਲਾਂ ਗੱਡ ਦਿਓ, ਪੱਥਰ ਲਾ ਦਿਓ ਤੇ ਕਿਸਾਨਾਂ ਦੇ ਮਸਲੇ ਨਾ ਹੱਲ ਕਰੋ। ਸੋ ਇਸ ਕਰਕੇ ਕਿਸਾਨ ਅੰਦੋਲਨ ਨੂੰ ਤਾਕਤ ਮਿਲੀ ਹੈ। ਮੈਨੂੰ ਲੱਗਦਾ ਕੱਲ੍ਹ ਦਾ ਜਿਹੜਾ ਕਿਸਾਨ ਧਰਨਾ ਹੈ, ਜਿਹੜਾ ਕਾਲਾ ਦਿਵਸ ਹੈ ਕੱਲ੍ਹ ਦਾ, ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕਰਨ ਦਾ, ਡੈਮੋਕ੍ਰੇਸੀ ਦੇ ਵਿੱਚ ਇੱਕ ਬਹੁਤ ਵੱਡਾ ਇਹ ਰੋਸ ਦਿਵਸ ਹੋਊਗਾ। ਔਰ ਇਹ ਸ਼ਾਂਤੀਪੂਰਵਕ ਹੋਊਗਾ, ਔਰ ਲੋਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ। ਬਿਲਕੁਲ, ਤੁਸੀਂ ਇਹ ਗੱਲ ਬਿਲਕੁਲ ਵਾਜਿਬ ਕਹੀ ਹੈ ਕਿ ਅਗਰ ਕਿਸਾਨਾਂ ਕਰਕੇ ਹਰਿਆਣੇ 'ਚ ਕੋਵਿਡ ਫੈਲਣ ਦੀ ਗੱਲ ਸਰਕਾਰਾਂ ਕਹਿ ਰਹੀਆਂ ਨੇ, ਤੇ ਇਹ ਗੱਲ ਦਿੱਲੀ 'ਚ ਕਿਉਂ ਨਹੀਂ ਸਾਹਮਣੇ ਆਈ? ਦਿੱਲੀ 'ਚ ਇੱਕ ਵੀ ਕਿਸਾਨ ਨੂੰ ਕਰੋਨਾ ਦੀ ਖਬਰ ਨਹੀਂ ਆਈ, ਜਦਕਿ ਕਿੰਨੇ ਸਮੇਂ ਤੋਂ ਕਿਸਾਨ, ਮੈਂ ਕਹਿੰਦਾ ਅਗਰ ਜਿਹੜੇ ਸਿੰਘੂ ਬਾਰਡਰ ਤੇ ਨੇ ਜਾਂ ਉੱਥੇ ਨੇ, ਕੋਈ ਇੱਕਾ ਦੁੱਕਾ ਕਿਸਾਨ ਪੋਜ਼ਿਟਿਵ ਆਏ ਹੋਣਗੇ। ਕਿਸਾਨ ਵੀ ਤਾਂ ਸਿੰਘੂ ਬਾਰਡਰ ਤੱਕ ਜਾਣ ਲਈ ਕਿੱਡਾ ਸਫ਼ਰ ਤੈਅ ਕਰਦੇ ਆ ਨਾ। ਕੋਈ ਗੁਜਰਾਤ ਵਾਲੀ ਇੱਕ ਲੇਡੀ, ਉਹ ਪੋਜ਼ਿਟਿਵ ਆਈ ਸੀ, ਪਰ ਹਸਪਤਾਲਾਂ 'ਚ ਅਗਰ ਕਿਸਾਨ ਦਾਖਲ ਹੋਣ ਲੱਗ ਜਾਂਦੇ ਨਾ ਕੋਵਿਡ ਕਰਕੇ, ਤੇ ਸਾਡੇ ਜਿਹੜੇ ਬਹੁਤ ਸਾਰੇ ਦੇਸ਼ ਭਗਤ ਟੈਲੀਵਿਜ਼ਨ ਚੈਨਲ ਨੇ, ਉਹਨਾਂ ਦੇ ਉੱਤੇ ਸੁਰਖੀਆਂ ਹੀ ਕਿਸਾਨ ਅੰਦੋਲਨ ਔਰ ਕੋਵਿਡ ਦੀਆਂ ਚੱਲੀਆਂ ਸੀ। ਸੋ ਜੇ ਸਾਡੇ ਟੈਲੀਵਿਜ਼ਨ ਚੈਨਲਾਂ 'ਚ ਗੱਲ ਨਹੀਂ ਚੱਲੀ ਕਿ ਕਿਸਾਨ ਹਸਪਤਾਲਾਂ 'ਚ ਭਰਤੀ ਹੋ ਰਹੇ ਨੇ, ਕਿਸਾਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ। ਸੁਖਬੀਰ ਜੀ, ਮੈਨੂੰ ਯਾਦ ਹੈ ਭਾਰਤੀ ਕਿਸਾਨ ਯੂਨੀਅਨ ਦੇ ਚਡੂਨੀ ਸਾਹਿਬ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਅਗਰ ਸਰਕਾਰ ਕੋਲੋਂ ਆਕਸੀਜਨ ਨਹੀਂ ਡਿਲੀਵਰ ਹੋ ਰਹੀ, ਅਗਰ ਸਰਕਾਰ ਕੋਲੋਂ ਵੈਂਟੀਲੇਟਰ ਨਹੀਂ ਇੱਕ ਦੂਸਰੀ ਜਗ੍ਹਾ ਤੇ ਲਿਜਾਏ ਜਾ ਰਹੇ, ਤੇ ਅਸੀਂ ਟਰੈਕਟਰ ਟਰਾਲੀਆਂ ਦੇਣ ਲਈ ਤਿਆਰ ਹਾਂ, ਸਰਕਾਰ ਸਾਡੀ ਮਦਦ ਲਵੇ। ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਨੂੰ ਮਦਦ ਲੈਣੀ ਚਾਹੀਦੀ ਸੀ ਕਿਸਾਨ ਅੰਦੋਲਨ ਦੀ, ਲੰਗਰ ਦੀ ਸੇਵਾ ਦੇ ਰੂਪ 'ਚ ਮਦਦ ਲੈਣੀ ਚਾਹੀਦੀ ਸੀ। ਔਰ ਟਰਾਂਸਪੋਰਟੇਸ਼ਨ ਦੇ ਲਈ ਨਾ ਵੈਕਸੀਨੇਸ਼ਨ ਵਾਲੀ ਕਿਸੇ ਗੱਡੀ ਨੂੰ ਰੁਕਾਵਟ ਆਉਣੀ ਸੀ, ਨਾ ਆਕਸੀਜਨ ਵਾਲੀ ਔਰ ਨਾ ਵੈਂਟੀਲੇਟਰ ਵਾਲੀ, ਔਰ ਸਮੇਂ ਸਿਰ ਸਾਰੀਆਂ ਜਿਹੜੀਆਂ ਗੱਡੀਆਂ ਨੇ ਇਹ ਡੈਸਟੀਨੇਸ਼ਨ ਤੇ ਪਹੁੰਚਦੀਆਂ। ਸੋ ਮੈਨੂੰ ਲੱਗਦਾ ਕਿ ਸਰਕਾਰਾਂ ਸਾਡੀਆਂ ਉਲਝੀਆਂ ਰਹਿ ਗਈਆਂ, ਪਤਾ ਨਹੀਂ ਕਿੱਥੇ ਉਲਝੀਆਂ ਰਹਿ ਗਈਆਂ, ਕਮੀ ਸਰਕਾਰਾਂ ਵਾਲੇ ਪਾਸਿਓਂ ਰਹੀ ਹੈ। ਬਿਲਕੁਲ, ਤੁਸੀਂ ਕਿਹਾ ਕਿ ਅਗਰ ਇਦਾਂ ਹੁੰਦਾ ਕਿ ਕੋਈ ਵੀ ਕਿਸਾਨ ਹਸਪਤਾਲ ਦਾਖਲ ਹੁੰਦਾ ਕੋਵਿਡ ਕਰਕੇ, ਤਾਂ ਦੇਸ਼ ਭਗਤ ਚੈਨਲ ਨੇ ਇਹ ਗੱਲ ਚੱਕ ਦੇਣੀ ਸੀਗੀ। ਮੈਂ ਤੁਹਾਡੀ ਗੱਲ ਇੱਥੇ ਕਰੈਕਟ ਕਰਨਾ ਚਾਹੂੰਗੀ, ਦੇਸ਼ ਭਗਤ ਚੈਨਲਾਂ ਨੇ ਤਾਂ ਇਹ ਗੱਲ ਚੱਕਣੀ ਸੀ, ਲੇਕਿਨ ਗੋਦੀ ਮੀਡੀਆ ਨੇ ਪਹਿਲਾਂ ਚੱਕ ਦੇਣੀ ਸੀ ਕਿ ਕਿਸਾਨਾਂ ਦੇ ਕਰਕੇ ਕਰੋਨਾ ਵੱਧ ਰਿਹਾ। ਬਟ ਗਨੀਮਤ ਇਹ ਰਹੀ ਕਿ ਇਦਾਂ ਕੁਝ ਹੋਇਆ ਨਹੀਂ। ਹੁਣ ਕਾਲਾ ਦਿਹਾੜਾ ਮਨਾਉਣ ਦੀ ਗੱਲ ਇੱਥੇ ਡੱਲਾ ਜੀ ਹੋ ਰਹੀ ਹੈ, ਕੱਲ੍ਹ ਸ਼ਾਂਤੀਪੂਰਵਕ ਤੌਰ ਤੇ ਕਾਲਾ ਦਿਹਾੜਾ ਮਨਾਇਆ ਜਾਏਗਾ। ਸਰਕਾਰ ਦਾ ਹਜੇ ਤੱਕ ਕੋਈ ਜਵਾਬ ਨਹੀਂ ਆਇਆ। ਤੁਹਾਨੂੰ ਕੀ ਲੱਗਦਾ ਹੈ ਕੱਲ੍ਹ ਇਸ ਕਾਲੇ ਦਿਹਾੜੇ ਤੋਂ ਬਾਅਦ ਸਰਕਾਰ ਦੀ ਚੁੱਪੀ ਟੁੱਟੇਗੀ? ਦੇਖੋ, ਵੈਸੇ ਤਾਂ ਜਿਹੜੀ ਮੰਗ ਕੀਤੀ ਹੈ ਨਾ ਕਿਸਾਨ ਅੰਦੋਲਨ ਨੇ, ਉਹ ਚੰਗੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ। ਦੇਖੋ, ਨਰਿੰਦਰ ਮੋਦੀ ਹੋਣਾ ਤੇ ਸਾਨੂੰ ਬਹੁਤ ਮਾਣ ਹੈ ਹਮੇਸ਼ਾ ਕਿ ਵਕਤ ਰਹਿੰਦੇ ਅਗਰ ਨਰਿੰਦਰ ਮੋਦੀ ਹੋਣਾ ਤੱਕ ਕੋਈ ਗੱਲ ਪਹੁੰਚ ਜੇ ਉਹ ਨਿਬੜ ਜਾਂਦੀ ਹੈ। ਚਿੱਠੀ ਕਿਸਾਨਾਂ ਨੇ ਲਿਖਤੀ ਪ੍ਰਧਾਨ ਮੰਤਰੀ ਨੂੰ, ਕੁਝ ਦਿਨ ਹੋਏ ਨੇ ਚਿੱਠੀ ਲਿਖਣ ਨੂੰ। ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਸਾਹਿਬ ਜ਼ਰੂਰ ਅੱਜ ਚਾਹੇ ਦੇਰ ਰਾਤ ਤੱਕ ਹੋ ਜੇ ਜਾਂ ਕੱਲ੍ਹ ਸਵੇਰ ਤੱਕ ਹੋ ਜੇ, ਇਹਦਾ ਕੋਈ ਨਾ ਕੋਈ ਨਿਰਣਾ ਲੈਣਗੇ, ਕੋਈ ਇਹਦੇ 'ਤੇ ਫੈਸਲਾ ਦੇਣਗੇ, ਇਹਨੂੰ ਧਿਆਨ 'ਚ ਲੈਣਗੇ। ਔਰ ਹੋ ਸਕਦਾ ਸਵੇਰੇ ਪ੍ਰਧਾਨ ਮੰਤਰੀ ਸਾਹਿਬ 26 ਦੀ ਸਵੇਰ ਨੂੰ ਕੋਈ ਟਵੀਟ ਕਿਸਾਨਾਂ ਦੇ ਨਾਲ ਜਾਰੀ ਕਰ ਦੇਣ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਪਾਰਲੀਮੈਂਟ 'ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੈਂ ਇੱਕ ਟੈਲੀਫੋਨ ਦੀ ਕਾਲ 'ਤੇ ਦੂਰ ਹਾਂ।
ਸੋ ਉਸ ਤੋਂ ਬਾਅਦ ਕਿਸਾਨਾਂ ਦੀ ਚਿੱਠੀ ਤੋਂ ਬਾਅਦ ਸਰਕਾਰ ਦਾ ਜਵਾਬ ਦੇਣਾ ਤਾਂ ਬਣਦਾ ਹੈ, ਕਿਉਂਕਿ ਪਾਰਲੀਮੈਂਟ 'ਚ ਸਰਕਾਰ ਨੇ ਕਿਹਾ ਸੀ ਅਸੀਂ ਇੱਕ ਟੈਲੀਫੋਨ ਦੂਰ ਆ। ਹੁਣ ਕਿਸਾਨ ਕਹਿੰਦੇ ਸਾਡੇ ਕੋਲੇ ਉਹ ਟੈਲੀਫੋਨ ਨੰਬਰ ਨਹੀਂ ਹੈਗਾ ਜਿਹਦੇ ਤੇ ਅਸੀਂ ਤੁਹਾਨੂੰ ਦੱਸੀਏ ਕਿ ਅਸੀਂ ਦੁਬਾਰਾ ਮੀਟਿੰਗਾਂ ਕਰਨਾ ਚਾਹੁੰਦੇ ਹਾਂ। ਸੋ ਕਿਸਾਨਾਂ ਨੇ ਚਿੱਠੀ ਲਿਖਤੀ, ਮੈਨੂੰ ਲੱਗਦਾ ਜਾਂ ਈਮੇਲ ਕੀਤੀ ਹੋਣੀ ਹੈ ਜਾਂ ਡਾਕ ਰਾਹੀਂ ਰਜਿਸਟਰੀ ਕਰਾਈ ਹੋਣੀ ਹੈ, ਉਹ ਸਰਕਾਰ ਦੇ ਧਿਆਨ 'ਚ ਕਿਤੇ ਨਾ ਕਿਤੇ ਚਿੱਠੀ ਆ ਗਈ ਹੋਣੀ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਕਵੇ ਕਿ ਅਸੀਂ ਨਵੇਂ ਸਿਰੇ ਤੋਂ ਗੱਲਬਾਤ ਲਈ ਤਿਆਰ ਹਾਂ, ਜਿੱਥੇ ਗੱਲ ਖਤਮ ਹੋਈ ਸੀ ਅਸੀਂ ਉੱਥੋਂ ਗੱਲ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਤਿਆਰ ਹਾਂ। ਕਿਉਂਕਿ ਇਹਦੇ ਨਾਲ ਹੁਣ ਦੋ ਤਰ੍ਹਾਂ ਦੇ ਫਾਇਦੇ ਨੇ। ਇੱਕ ਤਾਂ ਅਗਰ ਕਿਸਾਨਾਂ ਦੇ ਨਾਲ ਸਰਕਾਰ ਰਾਬਤਾ ਬਣਾ ਕੇ ਡਾਇਲੌਗ ਤੇ ਆ ਜਾਂਦੀ ਹੈ, ਤੇ ਜਿਹੜੀ ਮਾੜੀ ਮੋਟੀ ਜਿਹੜੇ ਕਈ ਲੋਕ ਸਵਾਲ ਖੜੇ ਕਰਦੇ ਨੇ ਕਿ ਭਵਿੱਖ 'ਚ ਕਿਸਾਨਾਂ ਦਾ ਕਿਤੇ ਨੁਕਸਾਨ ਨਾ ਹੋ ਜਾਏ। ਦੇਖੋ, ਜਿੱਥੇ ਕਿਸਾਨ ਵੀ ਧਰਨਿਆਂ ਤੇ ਬੈਠੇ ਨੇ ਉੱਥੇ ਵੀ ਤਾਂ ਬਿਮਾਰੀ ਦਾ ਖਤਰਾ ਹੈ। ਅਗਰ ਪਿੰਡਾਂ 'ਚ ਖਤਰਾ ਹੈ, ਸ਼ਹਿਰਾਂ ਦੇ ਫਲੈਟਾਂ 'ਚ ਖਤਰਾ ਹੈ, ਤੇ ਜਿੱਥੇ ਕਿਸਾਨ ਬੈਠੇ ਨੇ ਉੱਥੇ ਵੀ ਖਤਰਾ ਹੈ। ਸੋ ਅਗਰ ਸਰਕਾਰ ਇਹੀ ਸੋਚ ਲੇ ਵੀ ਅਸੀਂ ਇਹ ਕਿਸਾਨ ਨੇ ਜਿਹੜੇ ਇਹ ਖਤਰੇ 'ਚ ਬੈਠੇ ਨੇ, ਅਸੀਂ ਇਹਨਾਂ ਨੂੰ ਇੱਕ ਤਰੀਕੇ ਨਾਲ ਗੱਲਬਾਤ ਦੇ ਟੇਬਲ ਤੇ ਲਿਆ ਕੇ ਮਸਲੇ ਨੂੰ ਨਿਬੇੜ ਕੇ ਆਪਣੇ ਘਰੇ ਭੇਜੀਏ, ਉਹਦੇ ਨਾਲ ਵੀ ਕੋਵਿਡ ਦਾ ਖਤਰਾ ਘਟਦਾ। ਸੋ ਕਿਤੇ ਨਾ ਕਿਤੇ ਸਾਰੀਆਂ ਜਿਹੜੇ ਸਵਾਲ ਔਰ ਜ਼ਿੰਮੇਵਾਰੀਆਂ ਨੇ ਉਹ ਸਰਕਾਰ ਵਾਲੇ ਪਾਸੇ ਤਾਂ ਜਾਣਗੀਆਂ। ਹੁਣ ਆਸ ਕਰਦੇ ਹਾਂ, ਕਿਸਾਨਾਂ ਨੇ ਚਿੱਠੀ ਲਿਖੀ ਹੈ ਕਿ ਸਾਡੀ ਸਰਕਾਰ ਜ਼ਰੂਰ ਗੱਲਬਾਤ ਲਈ ਉਹਨਾਂ ਨੂੰ ਬੁਲਾਏਗੀ। ਅਗਰ ਨਹੀਂ ਬੁਲਾਉਂਦੀ ਤੇ 26 ਤਰੀਕ ਨੂੰ ਕੱਲ ਜਿਹੜੇ ਸਾਡੇ ਕਿਸਾਨ ਸੰਗਠਨ ਨੇ ਉਹਨਾਂ ਨੇ ਨਵੇਂ ਸਿਰੇ ਤੋਂ ਮੀਟਿੰਗ ਕਰਨੀ ਹੈ। ਸੁਖਬੀਰ ਜੀ, ਸਾਰੇ ਕਿਸਾਨ ਸੰਗਠਨ ਮੀਟਿੰਗ ਕਰਕੇ ਕੱਲ ਕੋਈ ਨਵਾਂ ਐਲਾਨ ਕਰ ਸਕਦੇ ਨੇ ਆਪਣੇ ਸੰਘਰਸ਼ ਦਾ। ਮੈਂ ਇੱਕ ਗੱਲ ਜ਼ਰੂਰ ਕਹਾਂ, ਕੋਵਿਡ ਮੁਲਕ ਦੇ ਵਿੱਚ ਘਟ ਰਿਹਾ, ਕਈ ਸੂਬਿਆਂ 'ਚ, ਪੰਜਾਬ, ਹਿਮਾਚਲ, ਹਰਿਆਣੇ 'ਚ ਵੀ ਕੋਵਿਡ ਘਟ ਰਿਹਾ, ਦਿੱਲੀ 'ਚ ਵੀ ਘਟ ਰਿਹਾ। ਸ਼ੁਕਰ ਹੈ ਰੱਬ ਦਾ ਕਿ ਕੋਵਿਡ ਘਟਿਆ। ਆਪਣੀ ਜਿੰਨੀ ਇਹਨੇ ਹਾਈਟ ਤੇ ਜਾਣਾ ਸੀ, ਪੀਕ ਤੇ ਜਾਣਾ ਸੀ, ਬਹੁਤ ਵੱਡੀ ਗਿਣਤੀ 'ਚ ਸਾਡੇ ਲੋਕ ਦੁਨੀਆ ਤੋਂ ਚਲੇ ਗਏ। 3 ਲੱਖ ਤੋਂ ਵੱਧ ਤਾਂ ਭਾਰਤ ਦੇ ਵਿੱਚ ਹੀ ਲੋਕ ਦੁਨੀਆ ਤੋਂ ਚਲੇ ਗਏ। ਔਰ ਕਿਸਾਨ ਅੰਦੋਲਨ ਹੈ ਜਿਹੜਾ, ਉਹਦੇ ਕਰਕੇ ਵੀ 450 ਤੋਂ ਜ਼ਿਆਦਾ ਕਿਸਾਨ ਨੇ ਉਹ ਦੁਨੀਆ ਤੋਂ ਚਲੇ ਗਏ। ਸੋ ਸਾਰੀ ਗੱਲ ਹੈ ਜਿਹੜੀ ਉਹ ਡਾਇਲੌਗ ਨਾਲ ਨਿਬੜਨੀ ਹੈ। ਸੋ ਹੁਣ ਅਗਰ ਡਾਇਲੌਗ ਹੋ ਜਾਏ ਤੇ ਇਹ ਕਦੀ ਵੀ ਦੇਰ ਨਹੀਂ ਹੁੰਦੀ, ਜਦੋਂ ਕਹਿੰਦੇ ਨੇ ਗੱਲਬਾਤ ਹੋ ਜਾਏ ਉਦੋਂ ਹੀ ਮਸਲੇ ਨਿਬੜ ਸਕਦੇ ਨੇ। ਸੋ ਆਸ ਕਰਾਂਗੇ ਕਿ ਅੱਜ ਹੀ ਸਰਕਾਰ ਵੱਲੋਂ ਕੋਈ ਜਵਾਬ ਆ ਜਾਏ ਤੇ ਮਸਲਾ ਨਿਬੜ ਜਾਏ। ਜੀ ਬਿਲਕੁਲ, ਵੀ ਜਦੋਂ ਜਾਗੋ ਉਦੋਂ ਹੀ ਸਵੇਰਾ। ਤੇ ਡਾਲਾ ਜੀ, ਇਹ ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗੀ ਕਿ ਬਾਕੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀ ਵੀ ਕੋਈ ਰੁਖ ਨਹੀਂ ਆਇਆ, ਕਿਉਂਕਿ ਪੰਜਾਬ ਦੀ ਸਪੈਸ਼ਲੀ ਮੈਂ ਗੱਲ ਕਰਾਂ ਕਿ ਇਸ ਕਾਲੇ ਦਿਹਾੜੇ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਔਰ ਕੱਲ ਵੀ ਜੋਸ਼ ਖਰੋਸ਼ ਨਾਲ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ ਔਰ ਇਲੈਕਸ਼ਨਸ ਵੀ ਨੇੜੇ ਨੇ। ਔਰ ਇਹਦੇ ਚੱਲਦੇ ਕਿ ਬਾਕੀ ਪਾਰਟੀਆਂ ਦਾ ਕੋਈ ਤੁਹਾਨੂੰ ਅੱਗੇ ਕੀ ਰੁਖ ਨਜ਼ਰ ਆ ਰਿਹਾ? ਦੇਖੋ, ਜਿਵੇਂ ਨਵਜੋਤ ਸਿੰਘ ਸਿੱਧੂ ਨੇ ਝੰਡਾ ਲਹਿਰਾਇਆ ਅੱਜ, ਮੈਨੂੰ ਲੱਗਦਾ ਕੱਲ ਸਾਰੀਆਂ ਪੋਲੀਟੀਕਲ ਪਾਰਟੀਆਂ, ਸੁਖਬੀਰ ਬਾਦਲ ਉਹਨਾਂ ਦਾ ਬਿਆਨ ਆ ਗਿਆ, ਅਕਾਲੀ ਦਲ ਵੀ ਝੰਡੇ ਲਹਿਰਾਏਗਾ, ਕਾਂਗਰਸ ਵੀ ਲਹਿਰਾਏਗੀ। ਦੇਖੋ, ਇਹ ਹਰ ਕੋਈ ਕਿਸਾਨ ਹੈ ਔਰ ਕਿਸਾਨ ਦੇ ਨਾਲ ਕੋਈ ਵੀ ਵੱਖਰਾ ਨਹੀਂ ਹੋ ਸਕਦਾ। ਬੀਜੇਪੀ ਨੂੰ ਛੱਡ ਕੇ ਪੰਜਾਬ 'ਚ ਸਾਰੀਆਂ ਪੋਲੀਟੀਕਲ ਧਿਰਾਂ ਜ਼ਰੂਰ, ਸਾਰੇ ਲੀਡਰ ਆਪਣੇ ਘਰਾਂ 'ਚ ਝੰਡੇ ਵੀ ਲਹਿਰਾਉਣਗੇ। ਔਰ ਤੁਸੀਂ ਦੇਖਿਓ ਕੱਲ ਫੇਸਬੁੱਕ ਤੇ, ਟਵਿੱਟਰ ਤੇ, ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਸ ਤੇ ਕਾਲੇ ਝੰਡੇ ਦੀਆਂ ਤਸਵੀਰਾਂ ਦਾ ਹੜ ਆ ਜਾਣਾ ਕੱਲ, ਕਿਉਂਕਿ ਇਹ ਸਾਰਾ ਹਰ ਕੋਈ ਕਰੂਗਾ। ਔਰ ਜੇ ਕੱਲੀ ਪੰਜਾਬ ਦੀ ਅਸੀਂ ਪਾਪੂਲੇਸ਼ਨ ਲੈ ਲਈਏ ਤੇ ਪਾਪੂਲੇਸ਼ਨ ਪੰਜਾਬ ਦੀ, ਕਿਸਾਨਾਂ ਦੀ ਪਾਪੂਲੇਸ਼ਨ ਦੀ 2 ਕਰੋੜ ਤੋਂ ਵੱਧ ਹੋਣੀ ਹੈ ਪੰਜਾਬ ਦੇ ਵਿੱਚ। ਸੋ ਇਸ ਕਰਕੇ ਕੱਲ ਸਾਰੇ ਇਸ ਪ੍ਰੋਟੈਸਟ ਦਾ ਹਿੱਸਾ ਬਣਨਗੇ। ਅਪੀਲ ਸਾਰਿਆਂ ਨੂੰ ਸਾਡੀ ਵੀ ਇੱਕੋ ਹੀ ਹੈ ਕਿ ਬਿਲਕੁਲ ਸ਼ਾਂਤੀਪੂਰਵਕ, ਕਿਸੇ ਦੇ ਨਾਲ ਕੋਈ ਨਾਰਾਜ਼ਗੀ ਨਹੀਂ। ਸੋਸ਼ਲ ਮੀਡੀਆ ਤੇ ਜਿਹੜੇ ਸੁਨੇਹੇ ਪਾਉਣੇ ਨੇ ਉਹ ਅਸੀਂ ਬਿਲਕੁਲ ਸੱਭਿਅਕ ਲੈਂਗੁਏਜ 'ਚ ਪਾਉਣੇ ਨੇ, ਕਿਸੇ ਬਾਰੇ ਮੰਦਾ ਨਹੀਂ ਬੋਲਣਾ, ਸ਼ਾਂਤੀ ਦੇ ਨਾਲ ਆਪਣੇ ਰੋਸ ਦਾ ਪ੍ਰਗਟਾਵਾ ਕਰਨਾ ਸਾਰਿਆਂ ਨੇ। ਇਹੀ ਸਾਡੀ ਡੈਮੋਕ੍ਰੇਸੀ ਦਾ ਅਸੂਲ ਹੈ। ਜੀ ਬਿਲਕੁਲ। ਔਰ ਕਿਸਾਨ ਨੇਤਾਵਾਂ ਵੱਲੋਂ ਵੀ ਇਹ ਗੱਲ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਜੇ ਤੁਸੀਂ ਪ੍ਰਦਰਸ਼ਨ ਕਰਨਾ ਹੈ ਤਾਂ ਵੀ ਇਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ, ਕੋਈ ਵੀ ਇਹਦੇ 'ਚ ਐਗਰੈਸ਼ਨ ਨਜ਼ਰ ਨਹੀਂ ਆਉਣਾ ਚਾਹੀਦਾ। ਡਾਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਾਰੀ ਜਾਣਕਾਰੀ ਵਾਸਤੇ।